ਤੇ ਹੋਇਆ ਇਹ ਕਿ ਅਸੀਂ ਪਹੁੰਚ ਤਾਂ ਗਏ 106 ਕਿਲੋਮੀਟਰ ਦੀ ਰਾਈਡ ਕਰਕੇ ਲੁਧਿਆਣਾ ਤੋਂ ਫਿਰੋਜ਼ਪੁਰ। ਇੱਥੇ ਬਾਰਡਰ ਤੇ ਆ ਕੇ ਪੁੱਛਿਆ, ਕਹਿੰਦੇ ਜਿਹੜੀ ਪਰੇਡ ਹੈਗੀ ਆ ਉਹ ਪਿਛਲੇ 2 ਸਾਲਾਂ ਤੋਂ ਅਸੀਂ ਬੰਦ ਕੀਤੀ ਹੋਈ ਆ, ਪਰ ਤੁਸੀਂ ਇੱਥੇ ਘੁੰਮ ਸਕਦੇ ਹੋ। ਇੱਥੇ ਭਗਤ ਸਿੰਘ ਦੀ ਕਹਿੰਦੇ ਸਮਾਧੀ ਬਣੀ ਹੋਈ ਆ ਤੇ ਇੱਕ ਕੋਈ ਲਾਈਟ ਸ਼ੋਅ ਵੀ ਇੱਥੇ ਚੱਲਦਾ ਹੈਗਾ। ਤੇ ਸੋਚਿਆ ਜੇ ਇੱਥੋਂ ਹੁਣ ਅਸੀਂ ਅਗਰ ਅੰਮ੍ਰਿਤਸਰ ਬਾਘਾ ਬਾਰਡਰ ਨੂੰ ਜਾਂਦੇ ਆ ਤਾਂ ਵੀ ਅਸੀਂ ਟਾਈਮ ਤੇ ਪਹੁੰਚ ਨਹੀਂ ਸਕਦੇ, ਇਸ ਕਰਕੇ ਇੱਥੇ ਅੱਧਾ ਪੌਣਾ ਘੰਟਾ ਰੁਕ ਕੇ ਚਾਹ ਪਾਣੀ ਛਕ ਕੇ ਫਿਰ ਅਸੀਂ ਅੱਜ ਹੀ ਅੰਮ੍ਰਿਤਸਰ ਨੂੰ ਰਵਾਨਾ ਹੋ ਜਾਵਾਂਗੇ। ਮੈਂ ਇੱਥੇ ਵਿਊ ਦਿਖਾ ਦੇਣਾ ਜਰਾ ਕੀ ਸਿਸਟਮ ਹੈਗਾ ਇੱਥੇ ਦਾ। ਉਹ ਸਾਹਮਣੇ ਹੈਗੀ ਆ ਪਾਰਕਿੰਗ, ਆ ਸਾਰੀ ਪਾਰਕਿੰਗ ਦਾ ਏਰੀਆ ਹੋ ਗਿਆ। ਤੇ ਇੱਧਰਲੇ ਪਾਸੇ ਆ ਇੱਕ ਪੁਰਾਣੀ ਇੱਕ ਇਮਾਰਤ ਬਣੀ ਹੋਈ ਆ, ਜੇ ਬਾਹਰ ਇੰਡੀਆ ਫਲੈਗ ਤੁਹਾਨੂੰ ਦਿਖ ਰਿਹਾ। ਇਹਦੇ ਅੰਦਰ ਜਾ ਕੇ ਪਤਾ ਲੱਗੂ ਵੀ ਕੀ ਸਿਸਟਮ ਹੈਗਾ ਅੰਦਰਲਾ। ਤੇ ਅੰਦਰ ਚੱਲਦੇ ਆ, ਚੱਲ ਕੇ ਦੇਖਦੇ ਆ ਵੀ ਕੀ ਆ ਤੇ ਜਿਹੜੀ ਇੱਥੇ ਹਿਸਟਰੀ ਹੋਊਗੀ ਉਹ ਤੁਹਾਨੂੰ ਹਿਸਟਰੀ ਬਾਰੇ ਤੁਹਾਨੂੰ ਦੱਸਦਾ ਮੈਂ। ਸਾਹਮਣੇ ਇੱਕ ਜਿਹੜੀ ਇਮਾਰਤ ਦੀ ਗੱਲ ਕਰਦੇ ਹੋ ਅੰਦਰ ਨਾ, ਉਹ ਇੱਕ ਜਿਵੇਂ ਟ੍ਰੇਨ ਦਾ ਡੱਬਾ ਹੁੰਦਾ ਉਹ ਹੈਗਾ। ਉਹ 'ਚ ਥੋੜ੍ਹੀ ਦੇਰ ਬਾਅਦ ਕੋਈ ਅੰਦਰ ਕੋਈ ਲਾਈਟ ਸ਼ੋਅ ਜਾਂ ਕੋਈ ਹੋ ਸਕਦਾ ਕੋਈ ਵੀਡੀਓਗ੍ਰਾਫੀ ਦਿਖਾਉਂਦੇ ਹੋਣ। ਉਹ ਬੈਚਸ ਦੇ ਵਿੱਚ ਜਾਂਦੇ ਨੇ। ਉਹ ਕਹਿੰਦੇ ਇੱਦਾਂ ਲੱਗਦਾ ਜਿਵੇਂ ਅੰਦਰ ਟ੍ਰੇਨ ਦੇ ਵਿੱਚ ਸਫ਼ਰ ਕਰਦੇ ਆ, ਪਾਕਿਸਤਾਨ 'ਚ ਜਾਂਦੇ ਹੁੰਦੇ ਆ। ਇਸ ਤਰ੍ਹਾਂ ਦਾ ਕੋਈ ਮਾਹੌਲ ਹੈਗਾ ਇੱਥੇ। ਉੱਥੇ ਲੇਜ਼ਰ ਸ਼ੋਅ ਚੱਲਦਾ, ਉਹ ਸਾਹਮਣੇ ਉਹਦਾ ਪਰਦਾ ਹੈਗਾ, ਉਹ ਰਾਤ ਨੂੰ ਚੱਲੂਗਾ ਉੱਥੇ। ਉਹ ਸਕਰੀਨ 'ਤੇ ਸਾਰਾ ਲੇਜ਼ਰ ਚੱਲਦਾ। ਆ ਆਪਣਾ ਹੈਗਾ ਰਾਸ਼ਟਰੀ ਧਵਜ। ਤੇ ਇੱਥੇ ਬੂਟ ਕਹਿੰਦੇ ਲਾ ਕੇ ਜਾਣੇ ਅੱਗੇ, ਕਿਉਂਕਿ ਅੰਦਰ ਸਮਾਧ ਬਣੀ ਹੋਈ ਆ ਭਗਤ ਸਿੰਘ ਦੀ। ਉਹ ਜਾ ਕੇ ਦੇਖਦੇ ਆ ਕਿਵੇਂ ਆ। ਤੇ ਸਾਹਮਣੇ ਤਾਂ ਪੈ ਗਿਆ ਪੂਰਾ ਗਾਹ। ਕਹਿੰਦੇ ਐਂ ਕਰਦੇ ਆ ਵੀ ਇਕੱਲੀ ਲੇਡੀਜ਼ ਤੇ ਬੱਚਿਆਂ ਨੂੰ ਜਾਣ ਦਿੰਦੇ ਆ, ਹੋਰ ਕਿਸੇ ਨੂੰ ਨਹੀਂ ਜਾਣ ਦੇਣਾ ਹੈਗਾ, ਕਿਉਂਕਿ ਸਵੇਰੇ ਕਹਿੰਦੇ ਹੋਲੀ ਵਾਲਿਆਂ ਨੇ ਬਹੁਤ ਗਾਹ ਪਾਇਆ ਅੰਦਰ ਜਿਹੜਾ ਹੈ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਂਦੇ ਨੇ। ਇਸ ਕਰਕੇ ਲੇਡੀਜ਼ ਔਰ ਬੱਚਿਆਂ ਨੂੰ ਅਲਾਉ ਕਰਤਾ, ਬਾਕੀ ਕੋਈ ਜੈਂਟਸ ਨਹੀਂ ਜਾਊਗਾ। ਇਸ ਕਰਕੇ ਇੱਧਰ ਹੁਣ ਅਸੀਂ ਵੀ ਵਾਪਸ ਆ ਰਹੇ ਹਾਂ, ਇੱਧਰ ਨੂੰ ਜਾਣਦੇ ਹਾਂ। ਇੱਧਰ ਕੀ ਆ ਦੇਖਦੇ ਹਾਂ। ਇੱਥੇ ਚੱਲਦਾ ਲੇਜ਼ਰ ਸ਼ੋਅ, ਇਹ ਰਾਤ ਨੂੰ ਚੱਲਦਾ ਹੈ। ਕਿੱਧਰ ਗਿਆ ਵਿਕਰਮ? ਇਹ ਹੈਗਾ ਹੁਸੈਨੀ ਵਾਲਾ, ਮਤਲਬ ਫਿਰੋਜ਼ਪੁਰ ਰੋਡ ਦੇ ਵਿੱਚ ਹੁਸੈਨੀ ਵਾਲਾ। ਇਹ ਲਾਸਟ ਰੇਲਵੇ ਸਟੇਸ਼ਨ ਹੈਗਾ ਇੰਡੀਆ ਦਾ, ਜਿਹੜਾ ਕਿ ਇਸ ਤੋਂ ਅੱਗੇ ਪਾਕਿਸਤਾਨ ਦਾ ਹੁੰਦਾ। ਇੱਥੇ ਉਸ ਸਾਹਮਣੇ ਦੇਖ ਰਹੇ ਇੱਥੇ ਮੁੰਡੇ ਖੜੇ ਆ ਨਾ, ਜ਼ੂਮ ਕਰਕੇ ਦਿਖਾਉਣਾ। ਆ ਲੱਗਿਆ ਨਾ ਫੱਟਾ, ਇੱਥੋਂ ਅੱਗੇ ਰੇਲਵੇ ਟਰੈਕ ਹੈ ਨਹੀਂ। ਇਹ ਰੇਲਵੇ ਟਰੈਕ ਇੱਥੇ ਤੱਕ ਹੀ ਆ। ਇਹ ਸਾਰਾ ਇਹ ਪਿੱਛੋਂ ਦੀ ਆਉਂਦੀ ਆ ਟ੍ਰੇਨ, ਇੱਥੇ ਆ ਕੇ ਐਂਡ ਹੋ ਜਾਂਦਾ ਇਹਦਾ। ਇਹ ਹੈਗਾ ਟਿਕਟ ਖਿੜਕੀ। ਜਦੋਂ ਇਹ ਚੱਲਦਾ ਹੋਊਗਾ ਉਦੋਂ ਇੱਥੇ ਟਿਕਟ ਖਿੜਕੀ ਸੀਗੀ, ਟਿਕਟਾਂ ਲੋਕ ਲੈਂਦੇ ਸੀਗੇ, ਪਰ ਹੁਣ ਇਹ ਬੰਦ ਹੋ ਚੁੱਕਿਆ। ਇਹ ਉਧਰੋਂ ਰੇਲਵੇ ਟਰੈਕ ਆ ਰਿਹਾ ਤੇ ਉਹ ਸੀਗਾ ਐਂਡ ਆਫ ਰੇਲਵੇ। ਮੈਂ ਇਸ ਟਾਈਮ ਖੜਾ ਹੈਗਾ ਰੇਲਵੇ ਟਰੈਕ ਦੇ ਉੱਤੇ ਬਿਲਕੁਲ, ਤੇ ਮੈਨੂੰ ਕੋਈ ਇੱਥੇ ਡਰ ਨਹੀਂ ਲੱਗ ਰਿਹਾ। ਨਾ ਡਰ ਲੱਗਣ ਦਾ ਕਾਰਨ ਇਹ ਹੈਗਾ ਕਿ ਹੈਗਾ ਹੁਸੈਨੀ ਵਾਲਾ ਫਿਰੋਜ਼ਪੁਰ ਦੇ ਵਿੱਚ ਇਹ ਰੇਲਵੇ ਟਰੈਕ ਹੈਗਾ। ਇਹ ਟਰੈਕ ਦਾ ਇਹ ਇੰਡੀਆ ਤੋਂ ਆ ਰਿਹਾ, ਇਹ ਟਰੈਕ ਇੱਥੇ ਤੱਕ ਐਂਡ ਹੋ ਜਾਂਦਾ, ਐਂਡ ਆਫ ਨਾਰਥ ਰੇਲਵੇ। ਇੱਥੇ ਐਂਡ ਆ, ਇਸ ਤੋਂ ਅੱਗੇ ਟ੍ਰੇਨ ਦੀ ਪਟੜੀ ਹੈ ਨਹੀਂ, ਕਿਉਂਕਿ ਇਸ ਤੋਂ ਅੱਗੇ ਫਿਰ ਪਾਕਿਸਤਾਨ ਸ਼ੁਰੂ ਹੋ ਜਾਂਦਾ। ਹੁਣ ਉੱਧਰ ਕੋਈ ਟ੍ਰੇਨ ਨਹੀਂ ਜਾਂਦੀ, ਇਸ ਕਰਕੇ ਇਹ ਐਂਡ ਆਫ ਹੋ ਗਿਆ ਇੱਥੇ ਜਾ ਕੇ। ਤੇ ਜਦੋਂ ਆਜ਼ਾਦੀ ਤੋਂ ਪਹਿਲਾਂ, ਜਦੋਂ ਪਾਕਿਸਤਾਨ ਦੀ ਕੋਈ ਹੋਂਦ ਨਹੀਂ ਸੀਗੀ, ਪਾਕਿਸਤਾਨ ਨਾਂ ਦਾ ਕੋਈ ਦੇਸ਼ ਨਹੀਂ ਹੁੰਦਾ ਸੀਗਾ, ਉਦੋਂ ਇਹ ਜਿਹੜੀ ਟ੍ਰੇਨ ਸੀਗੀ ਇਹ ਪਾਕਿਸਤਾਨ ਤੱਕ ਜਾਂਦੀ ਸੀਗੀ ਪੂਰੀ ਅੱਗੇ ਤੱਕ। ਤੇ ਜਦੋਂ ਫਿਰ ਵੰਡੀਆਂ ਹੋਈਆਂ, ਸਰਕਾਰਾਂ ਨੇ ਵੰਡੀਆਂ ਪਾਤੀਆਂ, ਲਹਿੰਦਾ ਪੰਜਾਬ ਅਲੱਗ ਤੇ ਚੜ੍ਹਦਾ ਪੰਜਾਬ ਅਲੱਗ ਕਰਤਾ, ਉਦੋਂ ਫਿਰ ਇਹ ਰੇਲਵੇ ਟਰੈਕ ਕੱਟ ਦਿੱਤਾ ਗਿਆ। ਹੁਣ ਟ੍ਰੇਨ ਇੱਥੇ ਤੱਕ ਆਉਂਦੀ ਆ ਤੇ ਇੱਥੋਂ ਵਾਪਸ ਚਲੀ ਜਾਂਦੀ ਆ ਟ੍ਰੇਨ। ਹੁਣ ਬੱਚੇ ਨੇ ਸ਼ਾਮ ਦੇ 8 ਵੱਜ ਗਏ ਨਾ, 8 ਵੱਜ ਗਏ। ਅਸੀਂ ਦਰਬਾਰ ਸਾਹਿਬ ਦੀ ਪਾਰਕਿੰਗ ਤੱਕ ਪਹੁੰਚ ਗਏ। ਤੇ ਜਿਵੇਂ ਤੁਸੀਂ ਦੇਖਿਆ ਸੀ ਉੱਥੇ ਫਿਰੋਜ਼ਪੁਰ ਦੇ ਉੱਤੇ ਪਰੇਡ ਉਹਨਾਂ ਨੇ ਬੰਦ ਕੀਤੀ ਆ ਬਿਲਕੁਲ, ਕੋਵਿਡ ਕਰਕੇ ਇਹ ਚਲਾਈ ਨਹੀਂ ਹੈਗੀ। ਇਸ ਕਰਕੇ ਉੱਥੋਂ ਫਿਰ ਅਸੀਂ ਅੱਧਾ ਘੰਟਾ ਰੁਕ ਕੇ ਫਿਰ ਇੱਧਰ ਨਿਕਲਿਆ ਸੀ। ਤੇ ਹੁਣ ਪਾਰਕਿੰਗ 'ਚ ਗੱਡੀ ਲਾ ਕੇ ਫਿਰ ਕਮਰਾ ਲੈ ਕੇ, ਕਮਰੇ ਦੀ ਚਾਬੀ ਆਪਣੇ ਹੱਥ ਜਦੋਂ ਆ ਜਾਊਗੀ, ਉਸ ਤੋਂ ਬਾਅਦ ਜਾਵਾਂਗੇ ਦਰਬਾਰ ਸਾਹਿਬ ਨੂੰ। ਤੇ ਦਰਬਾਰ ਸਾਹਿਬ ਜਾ ਕੇ ਫਿਰ ਉੱਥੇ ਦੇਖਦੇ ਹਾਂ ਕੀ ਕਰਨਾ, ਕਿਉਂਕਿ ਉੱਥੇ ਆਰਾਮ ਨਾਲ ਬੈਠ ਕੇ ਲੰਗਰ ਪਾਣੀ ਛਕ ਕੇ ਪੂਰਾ ਦਰਬਾਰ ਸਾਹਿਬ ਜਿਹੜਾ ਹੈਗਾ ਉਹ ਉਹਨਾਂ ਨੂੰ ਟੂਰ ਕਰਾਉਣਾ। ਤੇ ਹਜੇ ਤਾਂ ਟ੍ਰੈਫਿਕ 'ਚ ਹੈਗੇ ਆ, ਬਸ ਥੋੜੀ ਦੂਰ ਪਾਰਕਿੰਗ ਆ, ਪਾਰਕਿੰਗ 'ਚ ਲਾਉਣ ਤੋਂ ਬਾਅਦ ਫਿਰ ਦੁਬਾਰਾ ਅਗਲੀ ਗੱਲ ਕਰਦਾ। ਸਫ਼ਰ ਜਿਹੜਾ ਰਿਹਾ ਸਾਡਾ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਦਾ, ਔਸਮ ਸੀਗਾ, ਐਨ ਵਧੀਆ ਰੋਡ। ਵੈਸੇ ਤਾਂ ਲੁਧਿਆਣੇ ਤੋਂ ਹੀ ਬਹੁਤ ਵਧੀਆ ਸੀਗਾ,
ਮਤਲਬ ਬਿਲਕੁਲ ਫੁੱਲ ਵੋਲੀਅਮ ਦੇ ਵਿੱਚ ਗਾਣੇ ਸਟਾਰਟ ਕੀਤੇ। ਕਿਸ਼ੋਰ ਕੁਮਾਰ, ਮਹਿੰਦਰ ਰਫੀ पूरा एंजॉय किया, इन्हें भी पूरा एंजॉय किया, फुल एंजॉय किया था, पूरा मजा, बहुत मजा आया, बहुत मजा। रोड भी ऐसा ही था एकदम, चारों तरफ हरियाली, एकदम खेत के बीच में एकदम रोड था। म्यूजिक हमें एकदम 90s 80s के गाने बजाते हुए बड़ा मजा आया, एकदम बड़ा मजा आया। चंगा जी एकदम चंगा जी ते ਅਸੀਂ ਫੇਸਬੁੱਕ ਤੇ ਲਾਈਵ ਵੀ ਕਰਤਾ ਸੀਗਾ, 2 ਲਾਈਵ ਹੋ ਗਏ, ਤੀਸਰੇ ਤੇ ਕਾਪੀਰਾਈਟ ਆ ਗਿਆ, ਇਹਨੂੰ डिलीट करना पड़ा, ਫਟਾਫਟ ਡਿਲੀਟ ਕੀਤਾ ਹੈਗਾ। ਤੇ ਅਦਰਵਾਈਜ਼ ਬਹੁਤ ਮਸਤੀ ਕੀਤੀ, ਬਹੁਤ ਮਸਤੀ ਕੀਤੀ, ਮਜ਼ਾ ਆ ਗਿਆ, ਯਾਨੀ ਕਿ ਥਕਾਵਟ ਨਹੀਂ ਹੋਈ। ਵਿਕਰਮ ਨੂੰ ਨੀਂਦ ਆ ਰਹੀ ਸੀ ਅਸਲ 'ਚ, ਤੇ ਨੀਂਦ ਆਈ ਤੇ ਉਹ 2 ਸੌਂਗ ਲਾਏ ਇਹਨੂੰ, ਇਹਦੀ ਪਸੰਦ ਦੇ, ਉਹ ਸਾਰੀ ਨੀਂਦ ਦੀ ਉੱਡ ਗਈ। ਕਹਿੰਦਾ ਯਾਰ ਨੀਂਦ ਕਹਾਂ ਗਈ, ਨੀਂਦ ਤਾਂ ਸਭ ਗਾਇਬ ਹੋ ਗਈ। ਉਹੀ ਹੁੰਦਾ ਜਿਹੜੇ ਸਦਾਬਹਾਰ ਗਾਣੇ ਹੁੰਦੇ ਨੇ, ਉਹ ਹਮੇਸ਼ਾ ਸਦਾਬਹਾਰ ਹੁੰਦੇ ਆ, ਉਹਨਾਂ ਨੂੰ ਸਦਾਬਹਾਰ ਐਵੇਂ ਨਹੀਂ ਕਹਿੰਦੇ, ਉਹ ਹਮੇਸ਼ਾ ਲਈ ਉਹ ਅਮਰ ਹੋ ਜਾਂਦੇ ਨੇ ਗਾਣੇ। ਉਹ ਮੇਰੇ ਕੋਲੇ ਕੁਝ ਉਦਾਂ ਦੀ ਕਲੈਕਸ਼ਨ ਹੈਗੀ ਆ, ਤੇ ਜਿਹੜਾ ਵੀ ਬੰਦਾ ਹੈਗਾ ਮੈਂ ਉਹਨੂੰ ਸੁਣਾਉਣਾ, ਜਿਹੜਾ ਉਹਨੂੰ ਪਿਆਰ ਕਰਦਾ ਉਹ ਜਿਹੇ ਗਾਣਿਆਂ ਨੂੰ, ਉਹ ਤਾਂ ਮਤਲਬ ਝੂਮਣ ਹੀ ਲੱਗ ਜਾਂਦਾ, ਉਹਦਾ ਝੂਮਣ ਹੀ ਲੱਗ ਜਾਂਦਾ। ਪਾਰਕਿੰਗ ਸਾਨੂੰ ਮਿਲ ਗਈ ਸੀ ਬਿਲਕੁਲ ਸਹੀ ਜਗ੍ਹਾ ਦੇ ਉੱਤੇ, ਬਿਲਕੁਲ ਓਕੇ ਜਗ੍ਹਾ ਦੇ ਉੱਤੇ ਹੈਗੀ ਆ, 2nd ਫਲੋਰ ਤੇ ਆ। ਤੇ ਹੁਣ ਤੁਸੀਂ ਦੇਖੋਗੇ ਆ ਸਪੋਰਟ ਸ਼ੂਜ਼ ਨੇ, ਤੇ ਜਿਹੜਾ ਮੇਰੀ ਡਰੈਸ ਅਪ ਹੈਗਾ ਇਹ ਸਾਰਾ ਹੈਗਾ ਫਾਰਮਲ, ਠੀਕ ਹੈ, ਕਿਉਂਕਿ ਉਹ ਬੂਟ ਜਿਹੜੇ ਮੈਂ ਲਾ ਕੇ ਅੰਦਰ ਰੱਖਤੇ। ਇਹ 12:15 ਹੋ ਗਏ ਸਾਨੂੰ ਇੱਥੇ ਪਹੁੰਚਦਿਆਂ ਲੰਗਰ ਹਾਲ 'ਚ, 12:15 ਹੋ ਗਏ। ਰਸ਼ ਇੰਨਾ ਜ਼ਿਆਦਾ, ਉਹਦੇ ਹਿਸਾਬ ਲਾ ਲਓ। ਪੂਰਾ ਹੜ ਆਇਆ, ਜਿੰਨੇ ਵੀ ਇੱਥੇ ਨੇ ਸਾਰੇ ਫੁੱਲ ਬੜਾ ਫੁੱਲ। ਵਿਕਰਮ ਪੂਰਾ ਇੰਜੋਏ ਕਰ ਰਿਹਾ ਹੈ ਰਸ਼ ਨੂੰ, ਜਿਹੜੇ ਨੂੰ ਪੂਰਾ ਭੀੜ ਭੜਕਾ ਹੈਗਾ ਹਨਾ। ਇੰਨੇ ਸ਼ਰਧਾਲੂ ਆਏ ਹੋਏ ਨੇ ਕਿ ਹੋਲੇ ਮਹੱਲੇ ਕਰਕੇ ਜ਼ਿਆਦਾ ਹੋ ਗਿਆ ਹੈ, ਤੇ ਮੈਂ ਪਹਿਲੀ ਵਾਰ ਇੰਨੇ ਜ਼ਿਆਦਾ ਰਸ਼ ਦੇ ਵਿੱਚ ਆਇਆ। ਤੇ ਹੁਣ ਬੜੀ ਮੁਸ਼ਕਿਲ ਨਾਲ ਅੰਦਰ ਬੜੇ, ਸਾਨੂੰ 15-20 ਮਿੰਟ ਲੱਗੇ करते। लाखों लोग आ रहे हैं, लाखों देखते दंग रह गया हूँ, इतने लोगों को कैसे मैनेजमेंट करते हैं, वाहे गुरु की कृपा है। ऐसे सारे गाड़ियाँ ला के पूरे लंगर सारा होगा। लंगर भी मतलब पूरा अच्छा क्वालिटी का होता है लंगर, बिल्कुल बढ़िया। तो रोटी मिलेगी जो तुम्हें चाहिए, रोटी खाना है। ਜਿਹੜੇ ਨੇ ਉਹ ਕਿਤੇ ਵੀ ਹੈ ਨਹੀਂ, ਸਾਰੇ ਪਤਾ ਕਰ ਲਿਆ, ਤੇ ਰੂਮ ਆਨਲਾਈਨ ਵੀ ਦੇਖ ਲਿਆ, ਉੱਦਾਂ ਹੀ ਦੇਖ ਲਿਆ, ਰੂਮ ਕਿਤੇ ਹੈ ਨਹੀਂ। ਤੇ ਹੁਣ ਇਸ ਤੋਂ ਬਾਅਦ ਅਸੀਂ ਸੋਚਿਆ ਵੀ ਯਾਰ ਇੱਥੇ ਦਰਸ਼ਨ ਕਰਦੇ ਆ, ਸਾਨੂੰ 1 2 4 ਜਿੰਨੇ ਮਰਜ਼ੀ ਵੱਜ ਜਾਣ, ਅਸੀਂ ਇੱਥੇ ਹੀ ਕਰਕੇ ਉਸ ਤੋਂ ਸਿੱਧਾ ਗੱਡੀ ਲੈ ਕੇ ਬਾਹਰ ਹੀ ਨਿਕਲਾਂਗੇ। ਇਹ ਪਲਾਨਿੰਗ ਕਰ ਰਹੇ ਹਾਂ। ਆਈਡੀਆ ਲਾਓ ਕਿੰਨੀ ਸੰਗਤ ਜ਼ਿਆਦਾ ਆਈ ਹੋਈ ਆ, ਕਿ ਇਹ ਪੈਚ ਦੇ ਵਿੱਚ ਇੱਕ ਹੋਰ ਲਾਈਨ ਬਣਾ ਰਹੇ ਨੇ, ਕਿੰਨੀ ਮਤਲਬ ਕਿ ਨੈਰੋ ਲਾਈਨ ਹੈਗੀ ਆ, ਪਰ ਭੁੱਖਾ ਕੋਈ ਨਹੀਂ ਜਾਊਗਾ। ਲੰਗਰ ਛਕ ਕੇ ਹੁਣ ਅਸੀਂ ਜਾ ਰਹੇ ਹਾਂ ਸ਼੍ਰੀ ਦਰਬਾਰ ਸਾਹਿਬ। ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਹੋ। ਤੇ ਰਸ਼ ਇੰਨਾ ਹੈਗਾ ਕਿ ਸਭ ਬੰਦੇ ਸ਼ਰਧਾਲੂ ਜਿੰਨੇ ਵੀ ਨੇ ਸਭ ਬਾਹਰ ਹੀ ਵੇਟ ਕਰ ਰਹੇ ਨੇ। ਇੱਥੇ ਹੀ ਇਹਨਾਂ ਨੇ ਸੋ ਜਾਣਾ ਹੈਗਾ। ਸੋਣਾ ਨੀਂਦ ਤਾਂ ਕਿੱਥੇ ਆਉਂਦੀ ਆ, ਚਲੋ ਇੱਕ ਪਿੱਠ ਸਿੱਧੀ ਹੋ ਜਾਂਦੀ ਆ, ਇੱਦਾਂ ਬਾਹਰ ਰਹਿਣਗੇ। ਔਰ ਅੰਦਰ ਲੰਗਰ ਹਾਲ 'ਚ ਮਤਲਬ ਕਿ ਹਜ਼ਾਰਾਂ ਦੇ ਹਿਸਾਬ ਨਾਲ ਬੰਦੇ ਆ ਰਹੇ ਸੀਗੇ, ਹਜ਼ਾਰਾਂ ਦੇ ਹਿਸਾਬ ਨਾਲ ਸੰਗਤਾਂ ਆ ਰਹੀਆਂ ਨੇ। ਮਤਲਬ ਕਿ ਪੂਰਾ ਔਰਗੇਨਾਈਜ਼ ਕੀਤਾ ਹੋਇਆ, ਮਤਲਬ ਬੈਚ ਦੇ ਵਿੱਚ ਜਾਂਦੇ ਨੇ, ਇੱਕ ਲਾਈਨ ਪੂਰੀ ਕੰਪਲੀਟ ਹੁੰਦੀ ਆ, ਫਿਰ ਦੂਜਾ ਕੱਢਦੇ ਨੇ। ਮਤਲਬ ਕੋਈ ਮਤਲਬ ਕਿ ਹੈ ਹੀ ਨਹੀਂ ਕਮੀ, ਪੂਰੇ ਦਾ ਪੂਰਾ ਜੋਸ਼ ਹੈਗਾ ਸੰਗਤਾਂ ਦੇ ਵਿੱਚ, ਤੇ ਉਹਦੇ ਨਾਲ ਅੱਗੇ ਅੱਗੇ ਚੱਲੀ ਜਾ ਰਹੇ ਨੇ, ਕੋਈ ਰੁਕਦਾ ਕੋਈ ਨਹੀਂ। ਹਾਂ ਤੇ ਦਰਬਾਰ ਸਾਹਿਬ ਦੇ ਬਿਲਕੁਲ ਨੇੜੇ ਆ ਗਏ। ਲਓ ਜੀ। ਤੇ ਇਹ ਹੈਗਾ ਦਰਬਾਰ ਸਾਹਿਬ ਦਾ ਹੁਕਮ ਸਿੰਘ ਰੋਡ, ਜਾਂ ਸ਼ਨੀਵਾਰ ਹੈ ਤੇ ਹੁਕਮ ਸਿੰਘ ਰੋਡ ਇਹ ਦਰਬਾਰ ਸਾਹਿਬ ਨੂੰ ਜਾਂਦਾ। ਇੱਥੇ ਫਲਾਈਓਵਰ ਸਟਾਰਟ ਹੁੰਦਾ। ਤੇ ਰਾਤ ਅਸੀਂ ਫਿਰ ਇੱਥੇ ਰੁਕੇ ਸੀਗੇ, ਹੋਟਲ ਰਿੱਕੀ ਇੰਟਰਨੈਸ਼ਨਲ। ਤੇ ਰਾਤ ਦਾ ਸੀਨ ਇਹ ਸੀਗਾ ਕਿ ਪਹਿਲਾਂ ਤਾਂ ਅਸੀਂ ਲੰਗਰ ਪਾਣੀ ਛਕਿਆ। ਰਾਤ ਦਾ ਜਿਵੇਂ ਤੁਹਾਨੂੰ ਦੱਸਿਆ ਗਿਆ ਸੀਨ ਇਹ ਸੀਗਾ, ਰਾਤ ਅਸੀਂ ਪਹੁੰਚੇ ਸੀਗੇ ਤਕਰੀਬਨ 2 ਵਜੇ
या रूम में 2 बजे पहुंचे, आप तो सो गए थे है ना। और तकरीबन 1 बजे से हम लोग घूम रहे थे सारा ना। ਤੇ ਦਰਬਾਰ ਸਾਹਿਬ ਮਤਲਬ ਕੀ ਸੀਗਾ ਮੇਨ ਜ਼ਿਆਦਾ ਕਿੱਥੋਂ ਸਾ ਫਰਕ ਪਿਆ ਹੈਗਾ, ਟਾਈਮ ਦਾ ਜਿਹੜਾ ਜ਼ਿਆਦਾ ਇਸ਼ੂ ਹੋਇਆ ਸੀਗਾ। ਵਿਕਰਮ ਜੀ ਕਹਿੰਦੇ ਸੀਗੇ ਮੈਂ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣਾ ਹੈਗਾ, ਤੇ ਉੱਥੇ ਅਸੀਂ ਫਿਰ ਬੈਠ ਗਏ। ਜਿੱਥੇ ਤੁਸੀਂ ਦੇਖਿਆ ਨਾ ਉਹ ਦਰਬਾਰ ਸਾਹਿਬ ਅੰਦਰ ਜਾਣ ਨੂੰ ਪੂਰੀ ਇੱਕ ਲਾਈਨ ਬਣੀ ਹੁੰਦੀ ਹੈ ਨਾ, ਬਹੁਤ ਜ਼ਿਆਦਾ ਹੁੰਦੇ ਇੱਥੇ ਸੰਗਤਾਂ ਹੁੰਦੀਆਂ ਨੇ। ਜਿੱਥੋਂ ਸਟਾਰਟ ਹੁੰਦਾ ਗੇਟ, ਉਹ ਗੇਟ ਕਰਦੇ 10 ਵਜੇ ਬੰਦ। ਤੇ ਜਦੋਂ ਅਸੀਂ ਉੱਥੇ ਪਹੁੰਚੇ ਉਦੋਂ ਜਸਟ ਹਾਂ ਬਸ ਉਹ 15 ਮਿੰਟ ਪਹਿਲਾਂ ਉਹਨੇ ਬੰਦ ਹੀ ਕੀਤਾ ਸੀਗਾ, ਨਹੀਂ ਤਾਂ ਅਸੀਂ ਦਰਸ਼ਨ ਰਾਤ ਹੀ ਕਰ ਲੈਣੇ ਸੀਗੇ 10 ਵਜੇ। ਚਲੋ ਇਹ ਵੀ ਸਾਨੂੰ ਪਹਿਲੀ ਵਾਰ ਪਤਾ ਲੱਗਿਆ ਕਿ 10 ਵਜੇ ਬੰਦ ਹੋ ਜਾਂਦਾ। ਫਿਰ ਇਹ ਗੱਲ ਕੀਤੀ ਵੀ ਐਂ ਕਰਦੇ ਆ ਵੀ ਇੱਥੇ ਹੀ ਵੇਟ ਕਰਦੇ ਆ, ਤੇ ਉੱਥੇ ਸੰਗਤਾਂ ਬੈਠਦੀਆਂ ਜਾ ਰਹੀਆਂ ਸੀਗੀਆਂ ਉਸੇ ਜਗ੍ਹਾ ਤੇ। ਤੇ ਉਹ ਕਹਿੰਦੇ ਸਵੇਰੇ 2:30 ਵਜੇ ਜਾ ਕੇ ਖੁੱਲੂਗਾ, 2:30 ਵਜੇ ਖੋਲਣਗੇ। ਤੇ ਅਸੀਂ ਸਲਾਹ ਕੀਤੀ ਚਲੋ ਫਿਰ ਇੱਥੇ ਰੁਕੀ ਜਾਂਦੇ ਆ ਵੀ 2-2.5 ਘੰਟੇ ਹੀ ਇੱਥੇ ਬੈਠ ਜਾਾਂਗੇ। ਅਸੀਂ ਬੈਠ ਗਏ ਤੇ ਘੰਟੇ ਕੁ ਬਾਅਦ ਯਾਨੀ ਕਿ ਬੈਠਣਾ ਫਿਰ ਮੁਸ਼ਕਲ ਹੋਣ ਲੱਗ ਗਈ, ਯਾਰ ਹੁਣ ਆਪਾਂ ਚੱਲਦੇ ਆ। ਤੇ ਫਿਰ ਵਿਕਰਮ ਨੂੰ ਦੱਸਿਆ ਵੀ ਆਏ ਆ ਕਿ 2:30 ਵਜੇ ਖੁੱਲੂਗਾ। ਹਾਂ ਨਹੀਂ ਉੱਥੇ ਥੋੜੀ ਦੇਰ ਸੁਸਤਾ ਵੀ ਲਏ, ਸਾਰੀ ਸੰਗਤਾਂ ਬੈਠੀਆਂ ਸੀਗੀਆਂ ਤੇ ਪਾਠ ਵੀ ਕਰ ਰਹੇ ਸੀਗੇ। ਤੇ ਉੱਥੇ ਫਿਰ ਹੋਰ ਗੱਲਬਾਤ ਕੀਤੀ ਉਹਨਾਂ ਨਾਲ, ਤਾਂ ਉਹ ਕਹਿੰਦੇ ਕਿ 2:30 ਵਜੇ ਗੇਟ ਤਾਂ ਜ਼ਰੂਰ ਖੁੱਲੂਗਾ, ਪਰ ਇਹ ਸੰਗਤਾਂ ਸਿੱਧੀਆਂ ਦਰਬਾਰ ਸਾਹਿਬ ਦੇ ਅੰਦਰ ਜਾਣਗੀਆਂ, ਆਪਣੇ ਆਪਣੀ ਜਗ੍ਹਾ ਤੇ ਬੈਠ ਜਾਣਗੀਆਂ। ਉਸ ਤੋਂ ਬਾਅਦ ਕੀਰਤਨ ਸ਼ੁਰੂ ਹੋ ਜੂ। ਫਿਰ ਤਕਰੀਬਨ 4:30-5 ਵਜੇ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਣਗੇ ਪਾਲਕੀ ਦੇ ਵਿੱਚ, ਉਦੋਂ ਫਿਰ ਅੰਦਰ ਜਾਣਗੇ ਬਾਕੀ ਜਿਹੜੇ ਹੋਣਗੇ। ਉਹਦਾ ਮਤਲਬ ਕੁੱਲ ਮਿਲਾ ਕੇ ਜੇ ਵਿਕਰਮ ਜੀ ਮੱਥਾ ਟੇਕਣ ਨੂੰ ਕਹਿ ਰਹੇ ਨੇ ਤਾਂ ਇਹਦਾ ਮਤਲਬ 5 ਵਜੇ ਤੱਕ ਵੇਟ ਕਰਨੀ ਪੈਣੀ ਸੀ। ਜਦੋਂ ਸਾਨੂੰ ਆਹ ਗੱਲ ਕਲੀਅਰ ਹੋਈ ਫਿਰ ਸਾਡਾ ਸਬਰ ਟੁੱਟ ਗਿਆ। ਫਿਰ ਅਸੀਂ ਉੱਥੋਂ ਉੱਠ ਖੜੇ ਤੇ ਉੱਠ ਕੇ ਫਿਰ ਬਾਹਰ ਅਸੀਂ ਆਏ ਤੇ ਦੇਖੀਏ ਵੀ ਕੋਈ ਰੂਮ ਮਿਲ ਜਵੇ, ਤਾਂ ਅੱਧਾ ਪੌਣਾ ਘੰਟਾ ਅਸੀਂ ਰੂਮ ਲੱਭਦੇ ਰਹੇ, ਨਹੀਂ ਮਿਲਿਆ। ਫਿਰ ਉਹਦੇ ਉੱਤੇ ਲੱਭਿਆ ਰੂਮ ਥੋੜਾ ਦੂਰ, ਉਹ ਸੀਗਾ 4 ਕਿਲੋਮੀਟਰ ਦੂਰ ਹੁਕਮ ਸਿੰਘ ਰੋਡ ਦੇ ਉੱਤੇ, ਤੇ ਰਿੱਕੀ ਇੰਟਰਨੈਸ਼ਨਲ। ਫਿਰ ਉਹ ਰਾਤ ਫਿਰ ਉੱਥੇ ਸਰਚ ਕਰਕੇ ਪਹੁੰਚ ਗਏ। ਇਹ ਕਹਿੰਦਾ ਜੀ 1500 ਰੁਪਏ ਲਊਂਗਾ, ਤੇ ਮੈਂ ਕਿਹਾ ਨੈਟ ਤੇ 1200 ਲਿਖਿਆ, ਚੱਲ ਕਹਿੰਦਾ 1200 ਦੇ ਦਿਓ। ਤੇ ਅਸੀਂ ਇੱਥੇ ਫਿਰ ਰੁਕ ਗਏ। ਇਦਾਂ ਸਾਡੀ ਰਾਤ ਨਿਕਲੀ। ਤੇ ਆਉਣ ਸਾਰ ਜਿੱਦੇ ਸੀਗੇ ਐਸੇ ਹੀ बेड के ऊपर सो गए जैसे भी थे। तो बस पूरी अच्छी नींद आई, नींद आने से थके हुए सी पूरे है ना। तो उस थकावट के कारण में सुबह फिर 7 और 8 बजे जाके जाग खुली। ते उस तो बाद विक्रम, तो रात का कैसा रहा यार तेरा सीन? तूने क्या महसूस किया, कुछ बताओ। मुझे तो सबसे तो स्वर्ण मंदिर में जब मैं पहली बार वहां पहुंचा, तो स्वर्ण मंदिर का जो रात में जो एक स्वर्ण मंदिर का वो चमक, एक वो अपनी तरफ खींचने वाला एक स्पिरिचुअल एक पावर जो मुझे वो फील हुआ, मुझे एकदम महसूस हो गया। मैं थका हुआ था लेकिन मुझे ना वो देख के बड़ा कुछ लाइफ में फर्स्ट टाइम मुझे कुछ ऐसी फीलिंग हुई कि मैं कहीं ऐसी जगह पे आया हूँ कि मुझे यहाँ पहले बहुत पहले आ जाना था। अभी भी मेरे रोंगटे खड़े हो रहे ये बात वो फीलिंग्स बता के एकदम मुझे ना फील हुआ, एकदम पावर सा फील हुआ। और सबसे तो मुझे सिख लोगों का जो एक समानता है, सारे लोग बराबर, किसी को नीचा ऊपर नहीं, सब बराबर, सारे लंगर पे जा रहे हैं, लाखों लोग एक ही खाना खा रहे हैं, लाखों लोग आ रहे हैं, लाखों लोग जा रहे हैं, किसी का कोई किसी से कुछ लेना देना नहीं, सारे इक्वल है वहाँ पे, सारे बराबर हैं, धनी भी वहीं भी, गरीब भी वहीं, सारे एक ही जगह बैठ के एक ही खाना खा रहे हैं और मुफ्त में सारे लोगों को वहाँ खाना खिलाया जा रहा है। मैं तो दंग रह गया था, लाखों लोगों को कैसे खाना खिलाते हैं, लेकिन वह खा रहे हैं, लोग जा रहे हैं एकदम बढ़िया। मुझे ना शायद ओल्ड में ऐसा एक स्पिरिचुअल पावर में एक जो धार्मिक जो एक मान्यता है उसमें ना मुझे ये जो सिख का एक जो क्या बोलते हैं एक मैसेज जो देना चाह रहे हैं, जो प्रैक्टिकली जो कर रहे हैं, बहुत सदियों से कर रहे हैं, इसमें जो नंबर 1 लगा मुझे, सबसे अच्छा लगा मुझे। आई एम वेरी प्राउड कि मैंने कल आपके जरिए ना मत्था टेकने के बाद और उससे पहले जो मैंने वो सिख धर्म से रिलेटेड जो जगह पे मैं जाने को मुझे मौका मिला ना, और शायद मेरे जीवन में अभी तक कभी नहीं आया था। मैंने इतना महसूस किया और कल के बाद मुझे ना एक सिख धर्म प्रति एक श्रद्धा ना बहुत ज्यादा हो गया है। बहुत खुश हूं मैं, धन्यवाद है, मौका दिया आपने, बहुत बहुत शुक्रिया। ਤੇ ਅਸਲ 'ਚ ਨਾ ਇਹਦੇ ਕੋਲੇ ਸ਼ਬਦ ਨਹੀਂ ਹੈਗੇ ਵਿਕਰਮ ਕੋਲੇ ਹੁਣ ਵੀ ਕਿਵੇਂ ਐਕਸਪਲੇਨ ਕਰੇ। ਕਿ ਮੈਨੂੰ ਪਤਾ ਮੈਂ ਇਹਦੇ ਨਾਲ ਰਿਹਾ ਤੇ ਬਹੁਤ ਹੀ ਮਤਲਬ ਕਿ ਗਰਵ ਮਹਿਸੂਸ ਕਰ ਰਿਹਾ ਸੀਗਾ ਵੀ ਕਿਵੇਂ ਵੀ ਇੰਨਾ ਜ਼ਿਆਦਾ ਲੰਗਰ, ਇੰਨੀ ਜ਼ਿਆਦਾ ਸੰਗਤ, ਵੀ ਕਿਵੇਂ ਹੋ ਸਕਦਾ ਇਹ, ਮਤਲਬ ਬਹੁਤ ਸੋਚ ਰਿਹਾ ਸੀਗਾ।
जैसे आप सोच रहे थे इमेजिन से बाहर है। हाँ, मतलब शब्द नहीं है विक्रम के पास कि कैसे एक्सप्लेन किया जाए, सबको कैसे बताएं, पर आइडिया आपको लग गया होगा कि किस तरह की बातचीत करना मिनटों में चाहते हैं। लाखों लोग आ रहे हैं, मिनटों में लाखों लोग जा रहे हैं, वो बस चलता रहता है। और पूरे ऐसा बड़े बड़े होटल सा तो वहाँ पे खाली वो बर्तन प्लेट चम्मच रखने का जगह है, गड़गड़ 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 जा रहा है, गड़गड़ 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 आ रहा है, बड़ा और जब जूठे बर्तन जब रखते हैं अंदर, तो वहाँ कैसे लाइन से पकड़ के फास्ट सर्विस, वो लोग टकाटक गिलास एक ले रहा है, चम्मच एक ले रहा है, तो थाली एक ले रहा है, और कोई पानी वहाँ। फिर सबसे अच्छा एक लगा वहाँ जो ये दर्शन करने आते हैं, जो वहाँ मत्था रखने आते हैं, वो लोग खुद वहाँ वॉलेंटरी ना उसपे हेल्प करने लग जाते हैं। कोई पानी देता है, कोई खाना देता है, कोई बर्तन इधर उधर करता है, कोई रोटी बांटता है। तो मुझे ना एकदम कि ऐसा ही रहा ना, अगर इसी माहौल, इसी तरह का माहौल अगर सारी जगह पे हो गया ना, तो एक दुनिया में कलह झगड़ा तेरा मेरा कुछ नहीं होगा, सारे समान बराबर। हमारे 5 उंगली में तो फर्क फर्क उंगलियां रहती है, साइज रहती है, लेकिन सिख धर्म में ना कोई फर्क नहीं है, सारे बराबर। बिल्कुल बहुत अच्छा, इस तरह बराबर है बिल्कुल। कोई भी, क्योंकि दरबार साहब के बताया था ना 4 दरवाजे हैं, तो किसी भी धर्म का किसी भी दिशा में कोई भी है, सबका वेलकम है। वहाँ ये नहीं पूछा था कि आप किस धर्म का है, ना, ये नहीं पूछा था। बस वो इंसान है, आ जाओ, भूख लगी है चलो लंगर, सेवा करनी है सेवा कर लो, बिल्कुल खुला माहौल है। तो ये एक यूनिकनेस है इसकी। बेरी का पेड़ जो देखिए वो भी दंग रहेगा, 600 साल पुराना बेरी का पेड़ अभी भी फल दे रहा है, वो पूरा हरियाली है। उसके पेड़ इतने हो कि उसको लोहे से सपोर्ट करके रखे, लेकिन वो फल रहा है, बीज दे रहा है। मैं तो देख रहा था कि एक फल गिर जाए और मैं वो खा लूं और धन्य हो जाऊं, लेकिन मेरे किस्मत में वो दाना नहीं लिखा था। लेकिन मैं देखा, बहुत बढ़िया लगा, बहुत अच्छा लगा। और स्वर्ण मंदिर का मैं क्या तारीफ करूं, वो तो चमचमाता हुआ एकदम, सूरज से भी ज्यादा चमकदार है। रात में तो तुरंत चमक रहा था, दिन में कैसा होगा, दिन में कैसा, कितनी लाइटिंग कितनी थी। सबको आना चाहिए, बिल्कुल एक बार आके मत्था रखिए आप, सबको आना चाहिए। नेपाल के हैं, उसके बारे में क्या कहना चाहते हो अपनी भाषा में? अब नेपाल एउटा पर्यटकीय क्षेत्र हो। इन्डिया र नेपालको हाम्रो एकदम राम्रो रिलेसन छ, धार्मिक हिसाबले रिलेसन छ, मित्रताको हिसाबले रिलेसन छ। हामी पासपोर्ट भिजा केही पनि लाग्दैन, हामी इजिली जान सक्छौँ, आउन सक्छौँ। बस यति हो, हामीले एकअर्कालाई हेर्ने जो नजर छ त्यसलाई चाहिँ परिवर्तन गर्नुपर्ने हुन्छ। जो हामी इन्डियालाई इन्डियन लोग है भनेर जो एउटा त्यो सोच त्यो राख्नु हुँदैन। म अहिले इन्डियामा छु, मलाई महसुस भइरहेको छैन कि म कुनै बाहिरी देशमा छु। मलाई आफ्नो घरमा आफ्नो ठाउँमा जति सम्मान हुन्थ्यो, जति मलाई माया गर्थे, त्योभन्दा बढी माया मैले इन्डियामा आएर पाइरहेको छु। बहुत खुसी छु म। यसले गर्दा के हुन्छ भने चाहिँ हामीले चाहिँ इन्डिया नेपालको सम्बन्धलाई एकदम राम्रो बनाएर हाम्रो धार्मिक पर्यटन, पर्यटकीय क्षेत्र र विभिन्न कोअपरेसनमा चाहिँ एक मुठी भएर लाग्नुपर्छ र हाम्रो यो संसारमा एउटा पोजिटिभिटी, एउटा माया र सद्भावलाई बाँड्नुपर्छ भन्ने मैले महसुस गरेको छु। जुन यो मैले अमृतसर आएर हाम्रो स्वर्ण मन्दिरको जो दर्शन गर्न पाएँ, त्यो चाहिँ एकदमै मेरो जीवनमा पहिलोचोटि यस्तो भएको छ। एकदम अद्भुत, यति आनन्द, यति रमाइलो, यति खुसी हुने माहौल मिल्छ। तपाईँ जरुर आउनु होला। धन्यवाद। ठीक। ਅਸੀਂ ਦਰਬਾਰ ਸਾਹਿਬ ਵੱਲ ਆ ਰਹੇ ਹਾਂ। ਉਧਰੋਂ ਗੱਡੀ ਆਪਣੀ ਪਾਰਕਿੰਗ 'ਚ ਲਗਾਤੀ, ਵੱਡੀ ਪਾਰਕਿੰਗ ਬਣੀ ਹੋਈ ਹੈ, ਉੱਥੋਂ ਪੈਦਲ ਆਉਂਦੇ ਆ। ਇੱਥੇ ਤੁਸੀਂ ਗੌਰ ਕਰੋਗੇ ਸਾਰੀਆਂ ਜਿੰਨੀਆਂ ਸ਼ਾਪਸ ਨੇ ਉਹ ਇੱਕੋ ਹੀ ਨਾਮ, ਇੱਕੋ ਹੀ ਨਾਮ ਤਾਂ ਨਹੀਂ, ਇੱਕੋ ਹੀ ਕਲਰ ਦੇ ਵਿੱਚ, ਪੈਟਰਨ ਦੇ ਵਿੱਚ ਬਣੀਆਂ ਹੋਈਆਂ ਨੇ। ਮੈਜੈਂਟਾ ਦੇ ਉੱਤੇ ਯੈਲੋ ਜਿਹਾ ਕਲਰ ਨਾਲ ਲਿਖਿਆ, ਸਾਰੀਆਂ ਇਹੀ ਨੇ। ਪਰ ਹੁਣ ਕਿਤੇ ਕਿਤੇ ਲੋਗੋ ਵੱਡੇ ਵੱਡੇ ਲੱਗਣ ਲੱਗ ਗਏ। ਪਹਿਲਾਂ ਮੈਂ ਦੇਖਿਆ ਸੀ ਉਦੋਂ ਇਹ ਲੋਗੋ ਵੀ ਨਹੀਂ ਹੁੰਦੇ ਸੀਗੇ, ਹੁਣ ਪਤਾ ਨਹੀਂ ਲੋਗੋ ਕਿਉਂ ਲੱਗ ਗਏ। ਨਹੀਂ ਤਾਂ ਪਹਿਲਾਂ ਬਹੁਤ ਸੋਹਣੇ ਲੱਗਦੇ ਸੀਗੇ, ਸਭ ਇੱਕੋ ਜਿਹੇ, ਕੋਈ ਫਰਕ ਨਹੀਂ। ਕਿਉਂਕਿ ਸੰਗਤਾਂ ਦਾ ਪੂਰਾ ਹਜੂਮ ਹੈ ਇੱਥੇ। ਕੱਲ ਰਾਤ ਵੀ ਉਨਾ ਹੀ ਸੀਗਾ ਰਸ਼, ਅੱਜ ਵੀ ਉਨਾ ਹੀ ਰਸ਼ ਆ, ਕੋਈ ਫਰਕ ਹੀ ਹੈ ਨਹੀਂ। ਪੂਰਾ ਬਿਲਕੁਲ ਪੂਰਾ। ਵਿਕਰਮ ਆਪਦਾ ਜ਼ੋਰ ਲਾ ਰਿਹਾ, ਅਲੱਗ-ਅਲੱਗ ਤਰ੍ਹਾਂ ਦੀ ਵੀਡੀਓ ਬਣਾ ਕੇ ਇਹ ਵੀ ਕੈਪਚਰ ਕਰਨ ਦੀ ਕੋਸ਼ਿਸ਼ ਕਰਦਾ ਵੀ ਕੋਈ ਚੀਜ਼ ਰਹਿ ਨਾ ਜਾਵੇ, ਕਿਉਂਕਿ ਪੰਜਾਬ 'ਚ ਪਹਿਲੀ ਵਾਰੀ ਆਇਆ। ਤੇ ਇੱਧਰ ਹੈਗਾ ਜਲਿਆਂਵਾਲਾ ਬਾਗ, ਸਾਹਮਣੇ ਤੁਹਾਨੂੰ ਦਿਖ ਰਿਹਾ ਹੋਊਗਾ। ਇਹ ਜਲਿਆਂਵਾਲੇ ਬਾਗ ਦਾ ਸਮਾਰਕ ਬਣਾਇਆ ਹੋਇਆ। ਇੱਥੇ ਜਿਹੜਾ ਖੂਨੀ ਸਾਕਾ ਹੋਇਆ ਸੀਗਾ, ਕੋਈ ਇਹ ਤੋਂ ਭੁੱਲਿਆ ਕਿਸੇ ਨੂੰ ਕੁਛ ਨਹੀਂ ਹੈਗਾ। ਤੇ ਫਿਰ ਵੀ ਇੱਥੇ ਉਹਨਾਂ ਦੀ ਯਾਦ ਬਣਾਈ ਹੋਈ ਆ ਕਿ ਤੁਸੀਂ ਅੰਦਰ ਜਾਓ ਤੇ ਅੰਦਰ ਜਾ ਕੇ ਤੁਹਾਨੂੰ ਹਿਸਟਰੀ ਪੂਰੀ ਦੀ ਪੂਰੀ ਫੇਰ ਨਜ਼ਰ ਆ ਜੂਗੀ, ਸਾਰਾ ਰੀਕਾਲ ਹੋ ਜਾਂਦਾ। ਜ਼ਰੂਰੀ ਹੁੰਦਾ ਇਹ
ਚੀਜ਼ਾਂ ਬਣਾਉਣੀਆਂ। ਤੇ ਇਹ ਜਿੰਨੇ ਵੀ ਇੱਥੇ ਸ਼ਹੀਦ ਹੋਏ ਸੀਗੇ ਸਭ ਦੇ ਉਹਨਾਂ ਦੇ ਇੱਥੇ ਨਾਮ ਲਿਖੇ ਹੋਏ ਨੇ। ਇਹ ਦੇਖੋ ਕਿੰਨੇ ਜ਼ਿਆਦਾ ਇੱਥੇ ਸ਼ਹੀਦ ਹੋਏ ਸੀ। ਇਹ ਹੈਗੇ ਨੇ ਇਨ ਆਨਰ ਆਫ ਦਾ ਮਾਰਟੀਅਰਸ ਆਫ ਜਲਿਆਂਵਾਲਾ ਬਾਗ ਮੈਸੇਜ 30 ਅਪ੍ਰੈਲ 1919। ਇਹ ਹੈਗਾ ਉਹ ਜਲਿਆਂਵਾਲੇ ਬਾਗ ਦਾ ਉਹ ਰਸਤਾ ਜਿਹੜਾ ਕਿ ਅੱਜ ਵੀ ਉਸੇ ਸਾਈਡ ਦਾ ਹੈਗਾ, ਪਰ ਅੰਦਰ ਸਾਰਾ ਰੈਨੋਵੇਟ ਕਰ ਦਿੱਤਾ ਉਹਨਾਂ ਨੇ। ਤੇ ਜਲਿਆਂਵਾਲਾ ਬਾਗ ਸਮਾਰਕ ਬਾਕੀ ਸਾਵਧਾਨ ਵੀ ਕੀਤਾ ਵੀ ਰਸ਼ ਬਹੁਤ ਹੁੰਦਾ ਜੇਬ ਕਤਰਿਆਂ ਵਟੋਂ। ਤੇ ਸਾਰੇ ਇੱਥੇ ਸਾਰੇ ਡਿਊਟੀ ਤੇ ਨੇ। ਤੇ ਆਪਾਂ ਹੁਣ ਅੰਦਰ ਚੱਲਦੇ ਹਾਂ। ਇਹਦੇ ਵੀਡੀਓਗ੍ਰਾਫੀ ਨੂੰ ਕਹਿੰਦੇ ਕੋਈ ਦਿੱਕਤ ਨਹੀਂ, ਤੁਸੀਂ ਕਰ ਸਕਦੇ ਹੋ। ਇਹ ਦੀਵਾਰਾਂ ਦੇ ਨਾਲ ਇਹਨਾਂ ਨੇ ਦਿਖਾਇਆ ਹੋਇਆ ਕਿ ਹਾਂ ਇਹ ਦਿਖਾਇਆ ਗਿਆ ਜਦੋਂ ਉੱਥੇ ਉਸ ਦਿਨ ਦਾ ਦ੍ਰਿਸ਼ ਦਿਖਾਇਆ ਵੀ ਜਦੋਂ ਜਾਂਦੇ ਸੀਗੇ ਅੰਦਰ ਉਹ ਹਨਾ, ਸਾਰੇ ਉੱਥੋਂ ਦੇ ਜਿਹੜੇ ਵਸਿੰਦੇ ਸੀਗੇ ਕਿਵੇਂ ਬੱਚੇ ਵੀ ਨਾਲ ਜਾਂਦੇ ਸੀਗੇ, ਬਜ਼ੁਰਗ ਜਵਾਨ ਸਾਰੇ ਇੱਥੇ ਗਏ ਸੀਗੇ। ਉਹ ਸੱਦਾ ਬਹੁਤ ਵੱਡਾ ਸੀਗਾ। ਛੋਟੇ ਛੋਟੇ ਬੱਚੇ ਵੀ ਉਦੋਂ ਨਾਲ ਸੀਗੇ। ਆ ਹੈਗਾ ਇਹਦਾ ਮਾਹੌਲ ਜਲਿਆਂਵਾਲੇ ਬਾਗ ਦਾ। ਇਹ ਸਾਰਾ ਰੈਨੋਵੇਟ ਕੀਤਾ ਹੈਗਾ, ਪਹਿਲਾਂ ਇਹੋ ਜਿਹਾ ਨਹੀਂ ਸੀਗਾ। ਇਹ ਬਹੁਤ ਖੁੱਲੀ ਜਗ੍ਹਾ ਸੀਗੀ। ਇਹ ਆ ਸਭ ਬਾਅਦ ਚ ਬਣਿਆ ਹੋਇਆ। ਤੇ ਜਦੋਂ ਮੈਂ ਆਇਆ ਸੀਗਾ ਉਦੋਂ ਇੱਥੇ ਪੁਰਾਣਾ ਇੱਕ ਬਣਾਇਆ ਸੀਗਾ ਰੂਮ ਜਿੱਥੇ ਗੋਲੀਆਂ ਦੇ ਨਿਸ਼ਾਨ ਵੀ ਸੀਗੇ। ਮੈਂ ਦਿਖਾਊਂਗਾ, ਦੇਖਿਆ ਜੀ ਸ਼ਾਇਦ ਤੁਹਾਨੂੰ ਉਹ ਦਿਖਾ ਸਕਾਂ ਮੈਂ, ਕਿ ਪਤਾ ਨਹੀਂ ਉਹਨਾਂ ਨੇ ਰੈਨੋਵੇਟ ਹੀ ਕਰਤਾ ਹੋਵੇ। ਇੱਕ ਵੀਡੀਓਗ੍ਰਾਫੀ ਕਰ ਰਹੇ, ਵੀਡੀਓ ਚੱਲ ਰਹੀ ਹੈ ਇੱਥੇ ਤਾਂ ਕਿ ਸਾਰਿਆਂ ਨੂੰ ਪਤਾ ਲੱਗੇ ਕੀ ਹੋਇਆ ਸੀ ਉਦੋਂ, ਕੀ ਸੀਗਾ। ਓਰੀਜਨਲ ਉਹਦੀਆਂ ਫੋਟੋਆਂ ਲੱਗਦੀਆਂ ਨੇ। ਦੇਖੋ ਉੱਥੇ ਲਿਖਿਆ ਹੋਇਆ ਜਲਿਆਂਵਾਲਾ ਬਾਗ ਅੰਗਰੇਜ਼ ਰਾਜ ਦੀ ਅਮਾਨਵੀय ਯਾਦ। ਮਤਲਬ ਕਿ ਇਹ ਮਾਨਵੀय ਨਹੀਂ ਸੀਗਾ, ਮਤਲਬ ਅਮਾਨਵੀय, ਮਤਲਬ ਬਹੁਤ ਕਰੂਰਤਾ ਨਾਲ ਜਦੋਂ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਵੀ ਬੱਚੇ ਮਤਲਬ ਕਿ ਮਹਿਲਾਵਾਂ ਕੋਈ ਵੀ ਕਿਸੇ ਨੂੰ ਨਹੀਂ ਦੇਖਿਆ, ਸਭ ਨੂੰ ਸ਼ਹੀਦ ਕਰਤਾ ਸੀਗਾ ਉੱਥੇ। ਤੇ ਇਸ ਕਰਕੇ ਅਮਾਨਵੀय ਯਾਦ ਲਿਖਿਆ ਹੈ ਇਹਨਾਂ ਦਾ। ਔਰ ਇੱਧਰਲੇ ਪਾਸੇ ਪ੍ਰੋਜੈਕਟਰ ਲੱਗਿਆ ਹੋਇਆ, ਉਹ ਉੱਪਰ ਪ੍ਰੋਜੈਕਟਰ ਲੱਗਿਆ। ਤੇ ਪ੍ਰੋਜੈਕਟਰ ਸਪੈਸ਼ਲ ਆ ਕਿ ਡਿਸਟੈਂਸ ਜ਼ਿਆਦਾ ਨਹੀਂ ਹੈਗਾ, ਪਰ ਫਿਰ ਵੀ ਦੇਖੋ ਕਿੰਨਾ ਵਾਈਡ ਨਜ਼ਰ ਆ ਰਿਹਾ। ਰੌਲਾ ਪੈ ਰਿਹਾ, ਸਾਨੂੰ ਨਹੀਂ ਲੱਗ ਰਿਹਾ ਕੀ ਆਵਾਜ਼ ਆ ਰਹੀ ਆ, ਪਰ ਫਿਰ ਵੀ ਪਿਕਚਰਾਂ ਤੁਹਾਨੂੰ ਮੈਂ ਦਿਖਾ ਰਿਹਾ। ਇਹਦੇ ਅੰਦਰ ਇਹ ਥੀਏਟਰ ਹੈਗਾ। ਥੀਏਟਰ ਦੇ ਅੰਦਰ ਸਾਰੀ ਵੀਡੀਓ ਚੱਲਦੀ ਰਹਿੰਦੀ ਆ ਜਿਹੜੇ ਕਿ ਇਸ ਨਾਲ ਜੁੜੀ ਹੋਈ, ਇਤਿਹਾਸ ਨਾਲ ਜੁੜੀ ਹੋਈ ਆ, ਗਦਰ ਲਹਿਰ ਨਾਲ ਜੁੜੀ ਹੋਈ ਆ, ਜਿਹੜੇ ਆਜ਼ਾਦੀ ਘੁਲਾਟੀਏ ਸੀਗੇ। क्रांतिकारी नौजवान भारत सभा ਅਤੇ ਹੋਰ ਰਾਸ਼ਟਰਵਾਦੀ ਬੜੀ ਬਹਾਦਰੀ ਨਾਲ ਲੜ ਭਾਰਤੀ ਤਿਰੰਗਾ 15 ਅਗਸਤ 1947 ਨੂੰ ਦਿੱਲੀ ਚ ਲਹਿਰਾਇਆ। 15 ਅਗਸਤ 1947 ਨੂੰ ਜਦੋਂ ਝੰਡਾ ਚਲਾਇਆ ਗਿਆ ਸੀ। ਇਹ ਬਲੀਦਾਨਾਂ ਦੇ ਕਾਰਨ ਹੀ ਹੈ ਕਿ ਅੱਜ ਅਸੀਂ ਆਜ਼ਾਦ ਹਾਂ ਅਤੇ ਬਿਨਾਂ ਕਿਸੇ ਤਰ੍ਹਾਂ ਦੇ ਆਪਣਾ ਸਿਰ ਉੱਚਾ ਕਰਕੇ ਪੁਲਿਸ ਸਾਹਮਣੇ ਹਾਂ। ਅਸੀਂ ਜਲਿਆਂਵਾਲਾ ਬਾਗ ਦੀ ਇਸ ਮਿੱਟੀ ਤੇ ਖੜੇ ਹੋ ਕੇ ਬੜੇ ਸਤਿਕਾਰ, ਮਰਿਆਦਾ ਅਤੇ ਪਵਿੱਤਰਤਾ ਨਾਲ ਆਪਣੀ ਸ਼ਰਧਾਂਜਲੀ ਅਰਪਣ ਕਰਾਂਗੇ। ਇਹ ਬਾਗ ਆਉਣ ਵਾਲੀ ਪੀੜ੍ਹੀਆਂ ਵਿੱਚ ਰਾਸ਼ਟਰਵਾਦ ਸਾਰੀਆਂ ਇੱਟਾਂ ਰੀਯੂਜ਼ ਹੋਈਆਂ ਨੇ, ਮਤਲਬ ਇੱਦਾਂ ਦੀਆਂ ਬਿਲਡਿੰਗਾਂ ਨਹੀਂ ਸੀਗੀਆਂ। ਇਹ ਬਿਲਡਿੰਗਾਂ ਸਾਰੀਆਂ ਦੁਬਾਰਾ ਬਣੀਆਂ ਨੇ, ਪਰ ਇੱਟਾਂ ਜਿਹੜੀਆਂ ਨੇ ਉਹ ਪੁਰਾਣੀਆਂ ਯੂਜ਼ ਕੀਤੀਆਂ ਗਈਆਂ ਨੇ। ਇਹਦੇ ਵਿੱਚ ਪੁਰਾਣਾ ਟੱਚ ਦਿੱਤਾ ਸਾਰਾ, ਉਹੀ ਜੋ ਇੱਥੇ ਇੱਟਾਂ ਸੀ ਉਹੀ ਦੁਬਾਰਾ ਸ਼ਾਇਦ ਵਰਤੀਆਂ ਹੋਣਗੀਆਂ ਇਹਨਾਂ ਨੇ।
ਇਹੀ ਕੀਤਾ ਹੋਣਾ, ਪਰ ਰੂਮ ਔਰ ਸਟਰਕਚਰ ਇਹ ਸਾਰਾ ਨਵਾਂ ਬਣਿਆ ਇਹਦੇ 'ਚ। ਤੇ ਰੋਸ਼ਨੀ ਔਰ ਵਾਇਸ ਦੀ ਕਲਾਕਾਰੀ ਹੈ ਇੱਥੇ। ਇੱਥੇ ਜਿਹੜੀ ਗੱਲਬਾਤ ਹੋ ਰਹੀ ਹੈ ਉਹਦੀ ਉੱਥੇ ਇਹ ਸਾਰਾ ਹੈਗਾ ਪ੍ਰੋਜੈਕਟਰ ਲੱਗਿਆ ਮੇਰੇ ਪਿੱਛੇ। ਪ੍ਰੋਜੈਕਟਰ ਤੋਂ ਸਾਰਾ ਦਿਖਾਇਆ ਹੈ 13 ਅਪ੍ਰੈਲ 1919। डॉक्टर सत्यपाल ਇਹ ਸਾਰਾ 3D ਐਨੀਮੇਸ਼ਨ ਦੇ ਨਾਲ ਡਿਜ਼ਾਈਨ ਕੀਤਾ ਹੋਇਆ, ਇਹ ਰੀਅਲ 'ਚ ਨਹੀਂ ਹੈਗਾ। ਇਹ ਪ੍ਰੋਜੈਕਟਰ ਦੇ ਨਾਲ 3D ਐਨੀਮੇਸ਼ਨ ਸਾਰਾ ਬਣਾਇਆ ਹੋਇਆ। दोपहर 12:30 बजे के करीब जब लाया आग में झोंकने वाली सवारी जानकर कि उसने कुछ करने का फैसला किया। आग में चाहे हजार अपने नेता हंस राजवंशियों इस उदो ही एक हवाई जहाज उड़ के ऊपर गुजरे कि देख के उठे मौजूद लोगों ने बेचैनी फाड़ गए और उन्होंने नेता ने उन्होंने हौसला दिया कि सभा शांतिपूर्वक चलती है, डर की कोई जरूरत नहीं। हालांकि कुछ समय बाद सभी ने बात कर जनरल डायर वहां पे वीडियो स्क्रीन पर रख के गली पानी भूल करके तो अपने वक्त पर अंदर नहीं जा सके। उसने अपने 90 सैनिक तैनात होने को ना कोई चेतावनी, न बाग खाली करना आदेश, कभी न भी सभा पावी करना ऐलान। सिर्फ एक हुक्म जारी हो, सिर्फ 10 मिनट की बची 1006 से गुजार हर पास छोटे बच्चे का छुटे बच्चों वास्ते कुछ होती अपना पार करने कन्ने खूब छोड़ कुछ बचते बचते खूब जाते छेती सत्या कदे तकरीबन 1000 हिंदुस्तानी शहीद ਅਤੇ 1500 ਗੁਰੂਆਂ कोनिया का प्रभाव
सपनों की गीतों उठे की तड़पता छोड़ के गाए बिना किसी पछतावे दे उस प्रभु की खबर सके आज करो ऐसी काली बात इधर की से 24 घंटे तक सारी बिना पानी ਅਤੇ ਬਿਨਾਂ ਕਿਸੇ ਸਹਾਰਾ ਦੇ ਰਹੇ ਉਹਨਾਂ ਦੀ ਖਬਰ ਲੈਣ ਵਾਲਾ ਕੋਈ ਨਹੀਂ ਸੀ ਕਿ ਉਹ ਪੀਣਾ ਮੌਤ ਇਸ ਟਾਈਮ ਉਹ ਖੂਹ ਹੈਗਾ ਜਿਹੜਾ ਕਿ ਉਦੋਂ 1919 ਦੇ ਵਿੱਚ ਲੋਕਾਂ ਨੇ ਜਿਹੜੇ ਨਿਰਦੋਸ਼ ਸੀਗੇ ਉਹਨਾਂ ਨੇ ਜਾਨ ਬਚਾਉਣ ਵਾਸਤੇ ਖੂਹ 'ਚ ਛਾਲਾਂ ਮਾਰੀਆਂ ਸੀਗੀਆਂ ਪਰ ਉੱਥੇ ਵੀ ਉਹਨਾਂ ਦੀ ਮੌਤ ਹੋ ਗਈ ਉੱਥੇ ਵੀ ਸ਼ਹੀਦ ਹੋ ਗਏ ਉਹ ਤੇ ਖੂਹ ਦੇਖੋ ਤੁਸੀਂ ਕਿੱਡਾ ਵੱਡਾ ਦਿਖ ਰਿਹਾ ਤੁਹਾਨੂੰ ਇਹ ਐਂਗਲ पे खड़ी हो ਡਾਇਮੀਟਰ ਬਹੁਤ ਵੱਡਾ ਇਹਦਾ ਇਹ ਉਹ ਨਿਸ਼ਾਨ ਨੇ ਜਿਹੜੇ ਕਿ ਉਦੋਂ ਚੱਲੇ ਸੀ 1919 ਦੇ ਵਿੱਚ ਅਡਵਾਇਰ ਨੇ ਜਿਹੜੇ ਕਿ ਗੋਲੀਬਾਰੀ ਕੀਤੀ ਸੀਗੀ ਤੇ ਉਹਦੇ ਵਿੱਚ ਇਹ ਸੰਭਾਲ ਕੇ ਰੱਖੇ ਆ ਤਾਂ ਕਿ ਇਹ ਰੀਅਲ ਸਟੋਰੀ ਆ ਕੋਈ ਐਵੇਂ ਇਮੇਜਿਨ ਕੀਤੀ ਹੋਈ ਨਹੀਂ ਹੈਗੀ ਇਸ ਕਰਕੇ ਇਹ ਦਿਖਾਇਆ ਜਾ ਰਿਹਾ ਮਾਰਕ ਕਰਕੇ ਤੇ ਯਾਦ ਰੱਖੋ ਅਸੀਂ ਵੀ ਇਦਾਂ ਆਜ਼ਾਦੀ ਮਿਲੀ ਆ ਇਹ ਗੈਲਰੀ ਬਣੀ ਹੋਈ ਆ ਜਨ ਸੰਹਾਰ ਕੀ ਖਬਰ ਦੇਸ਼ में फैल ही गई ਨਾ ਇਹ ਸਾਰਿਆਂ ਨੂੰ ਫਿਰ ਜਦੋਂ ਪਤਾ ਲੱਗਿਆ ਵੀ ਇਹ ਹੋਇਆ ਜਲਿਆਂਵਾਲੇ ਬਾਗ 'ਚ ਇੱਦਾਂ ਤੇ ਉਹਦਾ ਸੀਨ ਦਿਖਾਇਆ ਵੀ ਲੋਕ ਅਖਬਾਰ ਪੜ੍ਹਦੇ ਤੇ ਅਖਬਾਰਾਂ 'ਚ ਛਪੀਆਂ ਸਾਰੀਆਂ ਖਬਰਾਂ ਇਹ ਤੇ ਸਭ ਸਿੱਖ ਹਿੰਦੂ ਮੁਸਲਿਮ मतलब हर अखबार से इस चीज़ की निंदा हुई थी कि आयरलैंड में नरसंहार की निंदा ये उदों दी खबरां ने डायर को बरी किया गया डायर नूं बरी किया गया ਤੇ ਹੁਣ ਅਸੀਂ ਆ ਗਏ ਬਾਹਰ ਜਾਣ ਦਾ ਰਸਤਾ ਐਗਜ਼ਿਟ ਤੇ ਹੁਣ ਇੱਥੇ ਮਤਲਬ ਕਿ ਸਾਰਾ ਕੁਝ ਦੇਖਣ ਤੋਂ ਬਾਅਦ 'ਚ ਇੱਕ ਵਾਰ ਤਾਂ ਫੀਲਿੰਗ ਆਉਂਦੀ ਹੈ ਯਾਰ ਵੀ ਬਹੁਤ ਮਤਲਬ ਕਿ ਕਿੱਦਾਂ ਦਾ ਮਾਹੌਲ ਉੱਦਾਂ ਦਾ ਉਦੋਂ ਕੀ ਹੋ ਰਿਹਾ ਹੋਊਗਾ ਕਿਵੇਂ ਇਕੱਠੇ ਕਰਕੇ ਸਾਨੂੰ ਗੋਲੀਆਂ ਨਾਲ ਛੱਲੀ ਕਰ ਰਹੇ ਨੇ ਮਤਲਬ ਉਹ ਕੀ ਸੋਚ ਰਹੇ ਹੋਣਗੇ ਅਨਇਮੈਜੀਨਲ ਮਤਲਬ ਸੋਚਿਆ ਵੀ ਨਹੀਂ ਜਾ ਸਕਦਾ ਉਹ ਕਿੰਨਾ ਖੌਫਨਾਕ ਮੰਜ਼ਰ ਹੋਊਗਾ ਇਹ ਮੌਤ ਸਾਹਮਣੇ ਖੜੀ ਆ ਭੱਜ ਰਹੇ ਨੇ ਅਚਾਨਕ ਹੀ ਗੋਲੀਆਂ ਚਲਾਉਣ ਲੱਗ ਜਾਵੇ ਕੋਈ ਸਭ ਨਿੰਦਾ ਕਰਦੇ ਸੀਗੇ ਇਸ ਗੱਲਬਾਤ ਦੀ ਬਿਲਕੁਲ ਕੁਲਫੀਆਂ ਪਾਪੜ ਜੁੱਤੀਆਂ ਇਹ ਬਹੁਤ ਨੇ ਇੱਥੇ ਕੁਲਫੀ ਵਾਲੇ ਬਹੁਤ ਨੇ ਪਤਾ ਕਿੰਨੀ ਕੁਲਫੀ ਖਾਂਦੇ ਨੇ ਅੰਮ੍ਰਿਤਸਰ ਵਾਲੇ ਸਮਝ ਲੱਗਦੀ ਕੁਲਫੀ ਖਾਓ ਜੁੱਤੀਆਂ ਹੋ ਗਈਆਂ ਪਾਪੜ ਬੜੀਆਂ ਇਹ ਛੋਟੀ ਛੋਟੀ ਪਤਲੀ ਪਤਲੀਆਂ ਗਲੀਆਂ ਨੇ ਆ ਦੇਖੋ ਆ ਬਹੁਤ ਨੇ ਇੱਥੇ ਆ ਦੇਖਾ ਠੰਡਾ ਦੋ ਲੱਸੀ ਇੰਨਾ ਜ਼ਿਆਦਾ ਹੈਗਾ ਕਿ ਮਤਲਬ ਕਿ ਅਵੋਇਡ ਹੀ ਕਰੋ ਇੰਨੇ ਰਸ਼ 'ਚ ਆਉਣ 'ਚ ਨਾ ਬੱਚੇ ਨਾ ਕੋਈ ਲੇਡੀਜ਼ ਲੈ ਕੇ ਆਓ ਜਿਸ ਹਿਸਾਬ ਨਾਲ ਰਸ਼ ਹੈਗਾ ਇੱਥੇ ਨਾ ਤਾਂ ਕੁਛ ਰਹਿਣ ਨੂੰ ਮਿਲਣਾ ਤੁਹਾਨੂੰ ਨਾ ਰੁਕਣ ਦਾ ਇੱਦਾਂ ਹੀ ਬਾਹਰ ਤੁਹਾਨੂੰ ਬੈਠਣਾ ਪੈਣਾ ਜਿਵੇਂ ਸਾਰੇ ਬੈਠੇ ਨੇ ਜਿਹੜੇ ਜੁੱਤੀਆਂ ਨੇ ਇੱਧਰ ਜੋੜੇ ਇਹਦੀਆਂ 10 ਖਿੜਕੀਆਂ ਬਣੀਆਂ ਹੋਈਆਂ ਨੇ ਫੁੱਲ ਨੇ ਬਿਲਕੁਲ ਪੂਰਾ ਰਸ਼ ਆ ਉੱਥੇ ਉਹ ਮੈਂ ਕਿਵੇਂ ਨਾ ਕਿਵੇਂ ਚਲੋ ਦੇ ਆਇਆ ਇੱਥੇ ਜੋੜੇ ਦੇਤੇ ਤੇ ਹੁਣ ਅਸੀਂ ਜਾ ਰਹੇ ਇੱਧਰ ਦਰਬਾਰ ਸਾਹਿਬ ਵੱਲ ਨੂੰ ਜੋੜੇ ਦੇਤੇ ਤੇ ਮੈਨੂੰ ਆਹ ਟੋਕਨ ਦਿੱਤਾ ਉਹਨਾਂ ਨੇ ਪਤਾ ਨਹੀਂ ਹਜ਼ਾਰਾਂ ਕਰੋੜਾਂ ਲੋਕਾਂ ਦੇ ਹੱਥਾਂ ਦੇ ਵਿੱਚੋਂ ਨਿਕਲਿਆ ਹੋਣਾ ਇਹ ਪਤਲਾ ਵੀ ਹੋਇਆ ਕੱਸ ਕੇ ਪਤਾ ਨਹੀਂ ਕਿੰਨੇ ਬੰਦਿਆਂ ਦੇ ਹੱਥੋਂ ਨਿਕਲਿਆ ਹੋਣਾ ਨਾ ਕਿ ਇਹ ਹੈਗੀ ਆ ਬੇਰੀ ਜਿਹੜੀ ਕਿ ਕਿੰਨੀ ਬਿਰਧ ਹੋ ਚੁੱਕੀ ਆ ਤੁਸੀਂ ਦੇਖੋ ਇੱਥੇ ਨਾ ਲੋਹੇ ਦੇ ਬਿਲਕੁਲ ਗਾਡਰ ਲਗਾ ਕੇ ਸਪੋਰਟਾਂ ਇੱਥੇ ਆਈਆਂ ਹਰ ਪਾਸੇ ਔਰ ਨੀਚੋਂ ਵੀ ਦੇਖੋ ਅਸੀਂ ਮਤਲਬ ਸ਼ਕਲ ਤੋਂ ਲੱਗਦਾ ਉਹ ਕਿੰਨੀ ਜ਼ਿਆਦਾ ਇਹ ਪੁਰਾਣੀ ਹੈਗੀ ਆ ਮਤਲਬ ਇਹਨੂੰ ਕਿੰਨੇ 600 ਸਾਲ ਤਾਂ ਹੋ ਹੀ ਗਏ ਹੋਣਗੇ ਬੇਰੀ ਨੂੰ ਇਹਨੂੰ ਤੇ ਅੱਜ ਵੀ ਇਹਨੂੰ ਬੇਰ ਵੀ ਲੱਗੇ ਹੋਏ ਨੇ ਅੱਜ ਵੀ ਲੱਗੇ ਹੋਏ ਨੇ ਬੇਰ ਉਹ ਦੇਖੋ ਦਿਖ ਰਿਹਾ ਤੁਹਾਨੂੰ ਛੋਟੇ ਛੋਟੇ ਲਾਲ ਵੀ ਹੋ ਗਏ ਨੇ ਆਪਣੇ ਆਪ ਥੱਲੇ ਗਿਰ ਜਾਂਦੇ ਨੇ ਬੇਰ ਤੇ ਇਹਦੇ ਨੀਚੇ ਸੰਗਤਾਂ ਬੈਠੀਆਂ ਰਹਿੰਦੀਆਂ ਨੇ ਤੇ ਜਿਨ੍ਹਾਂ ਕੋਲ ਤੁਰਿਆ ਨਹੀਂ ਜਾਂਦਾ ਉਹਨਾਂ ਲਈ ਸਪੈਸ਼ਲ ਪਰਿਕਰਮਾ ਚੇਅਰ ਹੈਗੀਆਂ ਨੇ ਨੰਬਰ ਲੱਗੇ ਹੋਏ ਨੇ ਤੇ ਚੇਅਰਸ ਵੀ ਲੈ ਸਕਦੇ ਹੋ ਤੁਸੀਂ ਇੱਥੇ ਆ ਕੇ
ਹੁਣ ਇਹ ਤੇ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਹੋਣਾ ਇੰਡੀਆ ਤੇ ਪਾਕਿਸਤਾਨ ਦਾ ਫਲੈਗ। ਠੀਕ ਹੈ, ਇੱਥੋਂ ਹੁਣ ਟਾਈਮ ਹੈਗਾ ਪੂਰਾ ਇਸ ਕਰਕੇ ਬਾਈ ਨੇ ਕੱਢਤਾ ਇੰਜਣ ਆਪਣਾ ਪੂਰਾ ਕਾਇਮ ਆ ਇਹ ਕਹਿੰਦਾ ਚੱਕ ਦਾਂਗੇ ਵੱਡੇ, ਕਹਿੰਦਾ ਹੁਣ ਨਹੀਂ ਛੱਡਦਾ। ਦੇਖੋ ਕਿਵੇਂ ਚੱਲੇ ਨੇ ਸਪੀਡਾਂ ਖਿੱਚਣ ਨੂੰ, ਕਹਿੰਦੇ ਲੇਟ ਨਹੀਂ ਤੁਹਾਨੂੰ ਕਰਾਉਂਦਾ ਮੈਂ, ਬਿਲਕੁਲ ਟਾਈਮ ਤੇ ਪਹੁੰਚਾ ਦੂੰਗਾ। ਬ੍ਰੇਕਾਂ ਹੈਗੀਆਂ ਬਾਈ ਮੂਰੇ, ਓਏ ਨਾ ਹੋਵੇ ਭਜਾਣਾ ਜੇ ਇੱਕ ਬ੍ਰੇਕ ਹੀ ਨਾ ਹੋਵੇ ਤੇਰੀ। जबरदस्त पैर घुसा देंगे। ਦੇਖੋ ਕਿੰਨਾ ਇੱਥੇ ਰਸ਼ ਹੈਗਾ, ਸਾਰੇ ਇਹ ਪਰੇਡ ਦੇਖਣ ਆਏ ਨੇ, ਸਭ ਪਰੇਡ ਦੇਖਣ ਆਏਗੇ। ਹੈਲੋ जान दो हेलो रास्ता खाली सरदार जी आए पंजाब से लुधियाने से ਸਾਰੇ ਹੀ ਪੰਜਾਬ ਤੋਂ ਨੇ, लुधियाने से पंजाबी ਸਭੀ ਪੰਜਾਬ ਤੋਂ। ਘੰਟੀ ਨਹੀਂ ਲਾਈ ਬਾਈ ਤੂੰ? ਹੈਲੋ ਘੰਟੀ ਲਵਾ ਲੈਣੀ ਸੀ।